हेलो एवरीवन माइसेल्फ रमन शर्मा एज एन आईएलटीएस ट्रेनर ਤੇ ਅੱਜ ਮੈਂ ਤੁਹਾਡੇ ਨਾਲ ਆਈਐਲਟਸ ਨੂੰ ਛੱਡ ਕੇ ਮੈਂ ਤੁਹਾਡਾ ਸਪੋਕਨ ਟ੍ਰੇਨਰ ਬਣ ਕੇ ਮੈਂ ਤੁਹਾਡੇ ਸਾਹਮਣੇ ਆਇਆ। ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਬੂਸਟ ਕਰੂੰਗਾ ਕਿ ਇੰਗਲਿਸ਼ ਨੂੰ ਕਿਵੇਂ ਪਰਫਾਰਮ ਕਰੀਦਾ ਹੈ। ਅੱਜ ਦੀ ਵੀਡੀਓ ਦੇ ਵਿੱਚ ਮੈਂ ਸਾਰਿਆਂ ਨੂੰ ਦੱਸੂੰਗਾ ਕਿ ਕਿਹੜੀਆਂ ਮਿਸਟੇਕਸ ਨੇ ਜਿਹੜੀਆਂ ਸਟੂਡੈਂਟ ਕਰਦਾ ਹੈਗਾ ਤੇ ਜਿਹਦੇ ਕਰਕੇ ਉਹਦਾ ਰਿਜ਼ਲਟ ਹੈ ਜਿਹੜਾ ਉਹ ਨਹੀਂ ਆਉਂਦਾ ਹੈਗਾ ਜਾਂ ਉਹ ਏਬਲ ਨਹੀਂ ਹੁੰਦਾ ਕਿ ਉਹ ਇੰਗਲਿਸ਼ ਨੂੰ ਬਹੁਤ ਅੱਛੇ ਤਰੀਕੇ ਨਾਲ ਪਰਫਾਰਮ ਕਰ ਲੇ। ਸੋ ਆਪਾਂ टाइम ਨੂੰ ਵੇਸਟ ਨਾ ਕਰਦੇ ਹੋਏ ਅੱਜ ਦੀ ਜਿੰਨੀ ਵੀ ਟਾਕ ਨੇ, ਸਭ ਤੋਂ ਪਹਿਲਾਂ ਆਪਣੇ ਕੁਐਸਚਨਸ ਨੇਗੇ। ਕੁਐਸਚਨਸ ਕੀ ਨੇ? ਸਭ ਤੋਂ ਪਹਿਲਾ ਕੁਐਸਚਨ ਹੈ ਕਿ ਜੇ ਸਰ ਇੰਗਲਿਸ਼ ਸਿੱਖਣੀ ਹੈ ਤਾਂ ਇਹਦੇ ਲਈ ਟਾਈਮ ਕਿੰਨਾ ਲੱਗੇਗਾ। ਤਾਂ ਸਭ ਤੋਂ ਪਹਿਲਾ ਕੁਐਸਚਨ ਹੈਗਾ ਇਹ, ਤੇ ਹਰੇਕ ਬੱਚਾ ਜਿਹੜਾ ਵੀ, ਚਾਹੇ ਬੱਚਾ, ਜਵਾਨ, ਕੋਈ ਬਜ਼ੁਰਗ, ਜੋ ਵੀ ਮੇਰੀ ਵੀਡੀਓ ਦੇਖ ਰਿਹਾ ਹੈਗਾ, ਜੇ ਇੰਗਲਿਸ਼ ਨੂੰ ਸਿੱਖਣ ਲੱਗਦਾ ਹੈਗਾ ਤਾਂ ਸਭ ਤੋਂ ਪਹਿਲਾ ਕੁਐਸਚਨ ਉਹਨਾਂ ਦੇ ਮਾਈਂਡ ਦੇ ਵਿੱਚ ਇਹੀ ਹੁੰਦਾ ਹੈਗਾ ਕਿ ਸਰ ਕਿੰਨਾ ਟਾਈਮ ਲੱਗੇਗਾ ਕਿ ਅਸੀਂ ਬਹੁਤ ਅੱਛੀ ਫਲੂਐਂਟ ਇੰਗਲਿਸ਼ ਹੈ ਜਿਹੜੀ ਉਹ ਬੋਲ ਸਕਦੇ ਹਾਂ। ਤਾਂ ਟੂ ਬੀ ਵੈਰੀ ਓਨੈਸਟ, ਜੇਕਰ ਮੈਂ ਟਾਈਮ ਪੀਰੀਅਡ ਦੀ ਗੱਲ ਕਰਾਂ ਤਾਂ ਆਪਾਂ ਪੰਜਾਬੀ ਤੇ ਆਪਣੇ ਅੰਦਰ ਸਬਰ ਨਹੀਂ ਹੈਗਾ। ਸਬਰ ਮਤਲਬ ਕਿ ਪੇਸ਼ੈਂਸ। ਆਪਾਂ ਕਿਸੇ ਵੀ ਚੀਜ਼ ਨੂੰ ਜਦੋਂ ਸਿੱਖਣਾ ਸ਼ੁਰੂ ਕਰ ਦਿੰਦੇ ਹੁੰਦੇ ਆ ਤਾਂ ਆਪਾਂ ਬਹੁਤ ਵੇਟ ਕਰਦੇ ਆ ਕਿ ਜਲਦੀ ਤੋਂ ਜਲਦੀ ਰਿਜ਼ਲਟ ਹੈ ਜਿਹੜਾ ਉਹਦਾ ਮਿਲਣਾ ਸ਼ੁਰੂ ਹੋਵੇ, ਤੇ ਐਕਚੁਅਲ ਦੇ ਵਿੱਚ ਇਹ ਕਦੇ ਵੀ ਨਹੀਂ ਹੁੰਦਾ ਹੈਗਾ। ਜਿਵੇਂ ਇੰਗਲਿਸ਼ ਦੀ ਇੱਕ ਬਹੁਤ ਵਧੀਆ ਕਹਾਵਤ ਹੈ ਕਿ ਰੋਮ ਵਾਸ ਨਾਟ ਬਿਲਟ ਇਨ ਅ ਡੇ। ਰੋਮ ਵਾਸ ਨਾਟ ਬਿਲਟ ਇਨ ਅ ਡੇ ਦੇ ਪੰਜਾਬੀ ਚ ਮੈਂ ਇਹ ਗੱਲ ਨੂੰ ਕਹਿਣਾ ਤਾਂ ਕਹਿੰਦੇ ਹੱਥਾਂ ਤੇ ਸਰੋਂ ਨਹੀਂ ਉੱਗਦੀ ਹੈਗੀ। ਤਾਂ ਕਿਸੇ ਵੀ ਚੀਜ਼ ਨੂੰ ਪਰਫਾਰਮ ਕਰਦੇ ਆ, ਸਿੱਖਦੇ ਆ, ਤਾਂ ਉਹਦੇ ਲਈ ਟਾਈਮ ਤਾਂ ਆਪਾਂ ਨੂੰ ਦੇਣਾ ਪਏਗਾ ਹੀ ਪਏਗਾ। ਜਿਵੇਂ ਬਹੁਤ ਐਗਜ਼ਾਮਪਲ ਦੇਣਾ, ਬਹੁਤ ਸਾਰੇ ਲੋਕ ਐਵੇਂ ਦੇ ਆ ਕਿ ਜਿਹੜੇ ਜਿਮ ਜਾਂਦੇ ਆ ਤੇ 2-3-4 ਦਿਨਾਂ ਬਾਅਦ ਆਪ ਸ਼ੀਸ਼ੇ ਦੇ ਕੇ ਖੜ ਕੇ ਫੋਟੋਆਂ ਖਿੱਚਣ ਲੱਗ ਜਾਂਦੇ ਕਿ ਪੇਟ ਅੰਦਰ ਜਾ ਰਿਹਾ ਨਹੀਂ ਜਾ ਰਿਹਾ ਹੈਗਾ। ਮਤਲਬ ਕਹਿਣ ਦਾ ਕੀ ਹੈਗਾ ਕਿ ਉਹਨਾਂ 'ਚ ਸਬਰ ਨਹੀਂ ਹੈਗਾ, ਕਿ ਉਹ ਮਿਹਨਤ ਕਰਕੇ ਖੁਸ਼ ਨਹੀਂ ਹੁੰਦੇ ਹੈਗੇ। ਸਭ ਤੋਂ ਪਹਿਲਾਂ ਰਿਜ਼ਲਟ ਦੇਖਣ ਦੇ ਮਤਲਬ ਕਿ ਉਹਨਾਂ ਨੂੰ ਚਾਹ ਹੁੰਦੀ ਹੈ। ਬਹੁਤ ਸਾਰੇ ਐਵੇਂ ਦੇ ਬੰਦੇ ਆ ਜਿਹੜੇ ਮਿਹਨਤ ਕਰਦੇ ਆ, ਸਾਲ 2-2 ਸਾਲ ਮਿਹਨਤ ਕਰਦੇ ਆ ਤੇ ਰਿਜ਼ਲਟ ਹੈ ਜਿਹੜਾ ਉਹਦੀ ਵੇਟ ਕਰਦੇ ਆ। ਪਰ ਬਹੁਤ ਲੋਕਾਂ ਦੇ ਅੰਦਰ ਪੇਸ਼ੈਂਸ ਨਹੀਂ ਹੁੰਦੇ ਹੈਗੇ ਕਿ ਉਹ ਕਿਸੇ ਵੀ ਸਕਿੱਲ ਨੂੰ ਸਿੱਖਣ ਲੱਗਦੇ ਆ ਤੇ ਉਹਨਾਂ ਨੂੰ ਟਰਾਈ ਹੁੰਦਾ ਕਿ ਜਲਦੀ ਉਹਨਾਂ ਨੂੰ ਰਿਜ਼ਲਟ ਹੈ ਜਿਹੜਾ ਉਹ ਮਿਲਣਾ ਸ਼ੁਰੂ ਹੋ ਜੇ। ਸੋ ਅੱਜ ਦੀ ਜੋ ਮੈਂ ਵੀਡੀਓ ਤੁਹਾਨੂੰ ਬਣਾਉਂਗਾ, ਟੂ ਬੀ ਵੈਰੀ ਓਨੈਸਟ, ਅੱਜ ਸਾਰੀਆਂ ਚੀਜ਼ਾਂ ਦੇ ਜਵਾਬ ਆਪਾਂ ਇਹ ਚ ਲੱਭਾਂਗੇ ਅੱਜ ਦੀ ਵੀਡੀਓ ਦੇ ਵਿੱਚ। ਤੇ ਮੈਂ ਕੱਲੀ ਚੀਜ਼ ਨੂੰ ਪੜਾਉਂਗਾ ਕਿ ਕਿਸ ਤਰੀਕੇ ਨਾਲ ਆਪਾਂ ਐਕੂਰੇਸੀ ਨਾਲ ਇੰਗਲਿਸ਼ ਨੂੰ ਸਿੱਖ ਸਕਦੇ ਹਾਂ। ਐਗਜ਼ਾਮਪਲਸ ਦੇਵਾਂਗਾ ਤੇ ਜਿਹਦੇ ਨਾਲ ਤੁਸੀਂ ਬਹੁਤ ਜ਼ਿਆਦਾ ਬੂਸਟ ਹੋਵੋਗੇ ਤੇ ਹਰੇਕ ਬੱਚਾ ਆਪਣੀ ਇੰਗਲਿਸ਼ ਨੂੰ ਬਹੁਤ ਅੱਛੇ ਤਰੀਕੇ ਨਾਲ ਸਿੱਖ ਸਕੇਗਾ। ਜੇ ਮੈਂ ਹੋਰ ਸੌਖੀ ਭਾਸ਼ਾ 'ਚ ਕਹਾਂ ਕਿ ਜਦੋਂ ਤੱਕ ਆਪਾਂ ਮਤਲਬ ਕਿ ਫੋਰ ਐਗਜ਼ਾਮਪਲ ਆਪਾਂ ਕਿਸੇ ਜਗ੍ਹਾ ਤੇ ਜਾਣੇਗਾ, ਜਦੋਂ ਤੱਕ ਆਪਾਂ ਨੂੰ ਉਹਦਾ ਰਾਹ ਹੀ ਨਹੀਂ ਪਤਾ ਤਾਂ ਹਾਊ ਇਜ਼ ਇਟ ਪੋਸੀਬਲ ਕਿ ਆਪਾਂ ਉਸ ਜਗ੍ਹਾ ਦੇ ਉੱਤੇ ਪਹੁੰਚ ਲਾਂਗੇ। ਤਾਂ ਸੇਮ ਚੀਜ਼ ਇਹ ਹੈ ਕਿ ਇੰਗਲਿਸ਼ ਦੇ ਵਿੱਚ ਬਹੁਤ ਲੋਕ ਡਿਕਸ਼ਨਰੀਜ਼ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਆ, ਬਹੁਤ ਲੋਕ ਕ੍ਰੈਮਿੰਗ ਕਰਨਾ ਸ਼ੁਰੂ ਕਰ ਦਿੰਦੇ ਆ। ਤੇ ਇੱਕ ਗੱਲ ਯਾਦ ਰੱਖਿਓ, ਰੱਟਾ ਮਾਰ ਕੇ ਤੁਸੀਂ ਕਦੇ ਵੀ ਲੈਂਗੁਏਜ ਨੂੰ ਸਿੱਖ ਨਹੀਂ ਸਕਦੇ। ਖਾਸ ਤੌਰ ਦੇ ਉੱਤੇ ਕੀ ਹੁੰਦਾ ਹੈਗਾ, ਆਪਣੀ ਸਾਰਿਆਂ ਦੀ ਹਾਈਟ ਵੱਧਦੀ ਆ। ਅਗਰੀ ਕਰਦੇ ਹੋ? ਹਾਈਟ ਇਹ ਥੋੜੀ ਹੈ ਕਿ ਆਪਾਂ ਨੂੰ ਇੱਕ ਦਿਨ ਚ ਪਤਾ ਲੱਗਦਾ ਕਿ ਸਾਡੀ ਹਾਈਟ ਹੈ ਜਿਹੜੀ ਉਹ ਵੱਧ ਗਈ। ਇਟ ਟੇਕਸ ਟਾਈਮ। ਰਿਜ਼ਲਟ ਮਹੀਨਾ, 2 ਮਹੀਨੇ, 3 ਮਹੀਨੇ ਬਾਅਦ ਆਪਾਂ ਨੂੰ ਆਟੋਮੈਟਿਕਲੀ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈਗਾ ਕਿ ਜਿਹੜੀ ਸਾਡੀ ਹਾਈਟ ਹੈ ਉਹ ਇਨਕਰੀਜ਼ ਹੈ ਜਿਹੜੀ ਉਹ ਹੋਣੀ ਸ਼ੁਰੂ ਹੋ ਗਈ। ਅੱਜ ਦੀ ਜੋ ਮੈਂ ਤੁਹਾਨੂੰ ਵੀਡੀਓ ਬਣਾਉਣ ਲੱਗਿਆ ਹੈਗਾ ਤਾਂ ਇਹ ਚ ਖਾਸ ਤੌਰ ਤੇ ਮੈਂ ਤੁਹਾਨੂੰ ਕੱਲੀ ਚੀਜ਼ ਦੱਸੂਗਾ ਕਿ ਇੰਗਲਿਸ਼ ਨੂੰ ਸਿੱਖਣਾ ਹੈ ਤਾਂ ਕਿਹੜੀਆਂ ਚੀਜ਼ਾਂ ਬਹੁਤ ਇੰਪੋਰਟੈਂਟ ਨੇ ਤੇ ਕਿਹੜੀਆਂ ਚੀਜ਼ਾਂ ਨੂੰ ਆਪਾਂ ਨੂੰ ਫੋਲੋ ਕਰਨਾ ਪਏਗਾ, ਤੇ ਹਰ ਇੱਕ ਚੀਜ਼ ਦੇ ਉੱਤੇ ਆਪਾਂ ਟਾਕ ਕਰਾਂਗੇ। ਬਹੁਤ ਸਾਰੇ YouTube ਦੇ ਉੱਤੇ ਆਪਾਂ ਵੀਡੀਓਜ਼ ਦੇਖਦੇ ਹੁੰਦੇ ਆ ਜਿੱਥੇ ਥੰਬਨੇਲ ਦਿੱਤਾ ਹੁੰਦਾ ਹੈਗਾ 5 ਦਿਨਾਂ 'ਚ ਇੰਗਲਿਸ਼ ਬੋਲਣੀ ਸਿੱਖੋ, 7 ਦਿਨਾਂ 'ਚ ਇੰਗਲਿਸ਼ ਬੋਲਣੀ ਸਿੱਖੋ। ਟੂ ਬੀ ਵੈਰੀ ਓਨੈਸਟ, ਐਵੇਂ ਕਿਵੇਂ ਪੋਸੀਬਲ ਹੈ? ਆਪਾਂ ਕਿਸੇ ਬੰਦੇ ਦੀ ਜ਼ੁਬਾਨ ਨੂੰ ਐਵੇਂ ਕਿਵੇਂ ਸਿਖਾ ਸਕਦੇ ਆ? ਐਵੇਂ ਕਿਵੇਂ ਕਹਿ ਸਕਦੇ ਆ ਕਿ 5 ਦਿਨਾਂ ਜਾਂ 7 ਦਿਨਾਂ 'ਚ ਤੁਸੀਂ ਇੰਗਲਿਸ਼ ਸਿੱਖ ਸਕਦੇ ਹੋਗੇ? ਖਾਸ ਤੌਰ ਦੇ ਉੱਤੇ ਇਹ ਜਸਟ ਇੱਕ ਫਰਾਡ ਹੁੰਦਾ ਹੈ, ਇਹ ਤੋਂ ਬਾਅਦ ਕੁਝ ਨਹੀਂ ਹੈਗਾ। ਮੈਂ ਪੰਜਾਬ ਬੋਰਡ ਦਾ ਪੜ੍ਹਿਆ ਹੋਇਆ, ਬੜੀ ਕਲੀਅਰ ਗੱਲ ਹੈ। ਬਹੁਤ ਲੋਕਾਂ ਦੇ ਮੈਨੂੰ ਮੈਸੇजेस ਆਉਂਦੇ ਆ ਕਿ ਸਰ ਸਾਡਾ ਬੇਸ ਹੈ ਜਿਹੜਾ ਉਹ ਬਹੁਤ ਕਮਜ਼ੋਰ ਹੈ। ਮੈਂ ਪੰਜਾਬ ਬੋਰਡ, ਮੈਂ ਕਹਿੰਦਾ ਆਮ ਸਕੂਲਸ ਚੋਂ ਪੜ੍ਹਿਆ ਹੋਇਆ, ਮੈਂ ਕੋਈ ਕਨਵੈਂਟ ਪਾਸ ਨਹੀਂ ਹੈਗਾ। ਬਟ ਵੈਨੇਵਰ ਆਈ ਟਾਕ ਇਨ ਇੰਗਲਿਸ਼ ਲੈਂਗੁਏਜ ਦੈਟ ਟਾਈਮ ਆਈ ਹੈਵ ਅ ਗ੍ਰੇਟ ਫਲੂਐਂਸੀ। ਇਹ 'ਚ ਕੋਈ ਪ੍ਰੋਬਲਮ ਨਹੀਂ ਹੁੰਦੀ ਹੈਗੀ, ਜਸਟ ਇੱਕ ਆਪਣਾ ਮਾਈਂਡ ਸੈਟ ਹੈ ਕਿ ਅਸੀਂ ਕਿਸ ਤਰੀਕੇ ਨਾਲ ਸਿੱਖਣਾ ਹੈਗਾ। ਤੇ ਅੱਜ ਮੈਂ ਤੁਹਾਨੂੰ ਵੇ ਵੀ ਸਿਖਾਊਂਗਾ ਕਿ ਕਿਹੜੇ ਤਰੀਕੇ ਨਾਲ ਤੁਸੀਂ ਸਿੱਖ ਸਕਦੇ ਹੋ। ਮੇਰੀ ਵੀਡੀਓ ਹੁਣ ਤੱਕ ਸੁਣਨ ਤੱਕ ਤੁਹਾਨੂੰ ਇਹ ਪਤਾ ਲੱਗ ਗਿਆ ਹੋਣਾ ਕਿ ਪੰਜਾਬ ਬੋਰਡ ਦਾ ਪੜਿਆ ਬੱਚਾ ਆਪਣੇ ਆਪ ਨੂੰ ਕਿਸੇ ਤੋਂ ਘੱਟ ਨਾ ਸਮਝੇ। ਉਹ ਇਹ ਨਾ ਸਮਝੇ ਕਿ ਮੇਰਾ ਬੇਸ ਹੈ ਜਿਹੜਾ ਉਹ ਬਹੁਤ ਕਮਜ਼ੋਰ ਹੈਗਾ। ਕੁਛ ਵੀ ਨਹੀਂ ਹੈਗਾ। ਤੁਹਾਡਾ ਟ੍ਰੇਨਰ ਹੈ ਜਿਹੜਾ ਤੁਹਾਡੇ ਨਾਲ ਇੰਗਲਿਸ਼ 'ਚ ਗੱਲ ਕਰਦਾ ਹੈਗਾ ਤਾਂ ਤੁਹਾਨੂੰ ਕੱਲੀ ਚੀਜ਼ ਇਹੀ ਸਮਝਾਉਂਦਾ ਹੈਗਾ ਕਿ ਕਿਸ ਤਰੀਕੇ ਨਾਲ ਤੁਸੀਂ ਇਹ ਜਿਹੜੀ ਇੰਗਲਿਸ਼ ਹੈ ਉਹਨੂੰ ਬਹੁਤ ਵਧੀਆ ਲੈਵਲ ਤੇ ਸਿੱਖ ਸਕਦੇ ਹੋਗੇ। ਤਾਂ ਅੱਜ ਮੈਂ ਕੁਝ ਤੁਹਾਡੇ ਨਾਲ ਗੱਲਾਂ ਕਰੂੰਗਾ ਕਿ ਬਹੁਤ ਬੱਚਿਆਂ ਨੂੰ ਇੱਕ ਮਾਈਂਡ ਸੈਟ ਹੈ ਕਿ ਗ੍ਰਾਮਰ ਦੇ ਵਿੱਚ ਉਹਨਾਂ ਨੂੰ ਪ੍ਰੋਬਲਮ ਹੈ। ਉਹਨਾਂ ਨੂੰ ਲੱਗਦਾ ਕਿ ਗ੍ਰਾਮਰ ਨਹੀਂ ਆਉਂਦੀ ਤਾਂ ਕਰਕੇ ਉਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ। ਤਾਂ ਐਵੇਂ ਦਾ ਕੁਝ ਵੀ ਨਹੀਂ ਹੈਗਾ। ਜੇ ਮੈਂ ਐਗਜ਼ਾਮਪਲ ਦਿੰਦਾ ਕਿ ਇੰਗਲਿਸ਼ ਨੂੰ ਸਿੱਖਿਆ ਕਿਵੇਂ ਜਾਵੇ, ਸਭ ਤੋਂ ਪਹਿਲਾਂ ਜੇ ਮੇਰਾ ਕੁਐਸਚਨ ਹੈਗਾ ਇਹ ਵੀ ਇੰਗਲਿਸ਼ ਨੂੰ ਸਿੱਖਿਆ ਕਿਵੇਂ ਜਾਵੇ ਤਾਂ ਇਹਦਾ ਜਵਾਬ ਸੁਣ ਲਓ।
ਆਨਸਰ ਇਹ ਹੈ ਕਿ ਯੂ ਡੂ ਨਾਟ ਨੀਡ ਟੂ ਵਰੀ ਅਬਾਊਟ ਯੂਰ ਗ੍ਰਾਮਰ। ਪਹਿਲੀ ਗੱਲ ਹੈ ਕਿ ਤੁਹਾਨੂੰ ਬਿਲਕੁਲ ਵੀ ਚਿੰਤਾ ਕਰਨ ਦੀ ਲੋੜ ਨਹੀਂ ਆਪਣੀ ਗ੍ਰਾਮਰ ਨੂੰ ਲੈ ਕੇ, ਕਿਉਂਕਿ ਜਦੋਂ ਤੱਕ ਬੰਦੇ ਦੇ ਅੰਦਰ ਕੌਨਫੀਡੈਂਸ ਨਹੀਂ ਆਉਂਦਾ ਉਦੋਂ ਤੱਕ ਉਹ ਲੈਂਗੁਏਜ ਨੂੰ ਸਿੱਖ ਨਹੀਂ ਸਕਦਾ ਹੈਗਾ। ਖਾਸ ਤੌਰ ਤੇ ਜੇ ਮੈਂ ਐਗਜ਼ਾਮਪਲ ਦਿੰਦਾ ਇਹ ਚੀਜ਼ ਦੀ ਕਿ ਬਹੁਤ ਬੱਚਿਆਂ ਦੇ ਮਨ 'ਚ ਡਰ ਹੁੰਦਾ ਕਿ ਉਹ ਜਦੋਂ ਇੰਗਲਿਸ਼ ਬੋਲਣਗੇ ਤਾਂ ਗਲਤ ਹੀ ਹੋ ਜਾਊਗਾ। ਉਹਨਾਂ ਨੂੰ ਇਹ ਲੱਗਦਾ ਕਿ ਸਾਡੇ ਕੋਲ ਆਈਡੀਆਜ਼ ਨਹੀਂ ਹੈਗੇ, ਸਾਡੇ ਤਾਂ ਗ੍ਰਾਮਰ ਗਲਤ ਹੈ। ਇਹੀ ਕਾਰਨਾਂ ਕਰਕੇ ਦੇ ਆਰ ਅਨੇਬਲ ਟੂ ਟਾਕ ਇਨ ਅ ਇੰਗਲਿਸ਼ ਲੈਂਗੁਏਜ। ਇੰਗਲਿਸ਼ ਵੀ ਇੱਕ ਭਾਸ਼ਾ ਹੈ, ਇਸ ਤੋਂ ਬਾਅਦ ਕੁਝ ਨਹੀਂ ਹੈਗਾ। ਇਹ ਕੋਈ ਪੈਰਾਮੀਟਰ ਨਹੀਂ ਹੈਗਾ ਕਿ ਕਿਸੇ ਬੰਦੇ ਨੂੰ ਆਪਾਂ ਹੁਸ਼ਿਆਰ, ਨਲਾਇਕ ਜਾਂ ਆਪਾਂ ਇਹ ਚੀਜ਼ਾਂ ਕੰਸੀਡਰ ਕਰ ਸਕਦੇ ਹਾਂ। ਖਾਸ ਤੌਰ ਤੇ ਜੇ ਮੈਂ ਤੁਹਾਨੂੰ ਬੜੇ ਵਧੀਆ ਤਰੀਕੇ ਨਾਲ ਸਮਝਾਵਾਂ, ਜੇ ਇੰਗਲਿਸ਼ ਨੂੰ ਸਿੱਖਣਾ ਹੈਗਾ ਤਾਂ ਤੁਹਾਨੂੰ ਹੋਰ ਕੁਝ ਵੀ ਨਹੀਂ ਚਾਹੀਦਾ ਸਿਵਾਏ এনवायरमेंट ਦੇ। ਸੌਰੀ, ਬਹੁਤ ਬੱਚਿਆਂ ਨੂੰ ਇਹ ਚੀਜ਼ ਪਤਾ ਹੈ ਕਿਸੇ ਨੂੰ ਕਿਸੇ ਦੇ ਮਾਪਿਓ ਗਾਲਾਂ ਕੱਢਣੀਆਂ ਨਹੀਂ ਸਿਖਾਉਂਦੇ, ਇਹ ਅਗਰੀ ਕਰਦੇ ਆਪਾਂ। ਨਾ ਮੇਰੇ ਮਾਪਿਓ ਨੇ ਸਿਖਾਈਆਂ, ਨਾ ਤੁਹਾਡੇ ਨੇ ਸਿਖਾਈਆਂ, ਤੇ ਨਾ ਕਿਸੇ ਦਾ ਮਾਪਿਓ ਇਹ ਗੱਲ ਚਾਹਵੇ ਕਿ ਸਾਡਾ ਬੱਚਾ ਕੋਈ ਵਲਗਰ ਲੈਂਗੁਏਜ ਯੂਜ਼ ਕਰੇ ਜਾਂ ਅਬਿਊਜ਼ਿੰਗ ਲੈਂਗੁਏਜ ਯੂਜ਼ ਕਰੇ। ਪਰ ਬਹੁਤ ਬੱਚੇ ਗਾਲਾਂ ਕੱਢਦੇ ਆ, ਰੀਜ਼ਨ ਸਿੱਖਦੇ ਕਿੱਥੋਂ ਆ? ਮਾਹੌਲ, ਐਟਮੋਸਫੇਅਰ, ਆਲਾ ਦੁਆਲਾ। ਜੋ ਚੀਜ਼ ਸਾਡੇ এনवायरमेंट ਦੇ ਵਿੱਚ ਹੁੰਦੀ ਹੈ ਤੇ ਬੱਚਾ ਉਸੇ ਚੀਜ਼ ਤੋਂ ਸਿੱਖਦਾ ਹੈਗਾ। ਤਾਂ ਟੂ ਬੀ ਵੈਰੀ ਓਨੈਸਟ, ਜੇ ਆਪਾਂ ਆਪਣੇ ਐਟਮੋਸਫੇਅਰ ਨੂੰ ਇੱਕ ਲੈਂਗੁਏਜ ਵਰਗਾ ਬਣਾ ਲਈਏ ਤਾਂ ਡੈਫੀਨਿਟਲੀ ਜਿਹੜੀ ਲੈਂਗੁਏਜ ਹੈ ਇਹ ਬਹੁਤ ਆਸਾਨ ਹੋ ਜਾਏਗੀ। ਆਇਲਸ ਕਰਨ ਤੋਂ ਪਹਿਲਾਂ ਬਹੁਤ ਬੱਚਿਆਂ ਦੇ ਮਨ 'ਚ ਡਾਊਟ ਹੁੰਦਾ ਕਿ ਸਰ ਸਾਨੂੰ ਗ੍ਰਾਮਰ ਦੇ ਡਾਊਟ ਨੇ, ਸਾਨੂੰ ਇੰਗਲਿਸ਼ ਦੇ ਡਾਊਟ ਨੇ। ਤਾਂ ਟੂ ਬੀ ਵੈਰੀ ਵੈਰੀ ਓਨੈਸਟ ਜੇ ਮੈਂ ਗੱਲ ਕਰਾਂ, ਇਹ ਡਾਊਟ ਦੂਰ ਕਿਵੇਂ ਹੋਣਗੇ? ਆਪਣੀਆਂ ਹੈਬਿਟਸ ਤੋਂ। ਜੇਕਰ ਤੁਸੀਂ ਆਪਣੀਆਂ ਹੈਬਿਟਸ ਨੂੰ ਇੰਗਲਿਸ਼ ਦੀਆਂ ਹੈਬਿਟਸ ਬਣਾਓਗੇ ਤਾਂ ਟੂ ਬੀ ਵੈਰੀ ਓਨੈਸਟ ਤੁਸੀਂ ਬਹੁਤ ਜਲਦੀ ਵਿਦਿਨ 1 ਮੰਥ ਔਰ 2 ਮੰਥ, ਮੈਂ ਕੋਈ 7 ਘੰਟੇ 5 ਘੰਟਿਆਂ ਦੀ ਗੱਲ ਨਹੀਂ ਕਰਦਾ, 1 ਮੰਥ 2 ਮੰਥ ਤੱਕ ਤੁਸੀਂ ਇੰਨੇ ਕੁ ਕੈਪੇਬਲ ਹੋ ਜਾਓਗੇ ਕਿ ਤੁਸੀਂ ਆਪਣੀ ਸਰਵਾਈਵਰ ਇੰਗਲਿਸ਼ ਸਿੱਖ ਜਾਓਗੇ। ਹੁਣ ਬਹੁਤ ਬੱਚਿਆਂ ਨੂੰ ਲੱਗਦਾ ਹੋਣਾ ਕਿ ਸਰ ਵਾਟ ਇਜ਼ ਦ ਮੀਨਿੰਗ ਆਫ ਸਰਵਾਈਵਰ ਇੰਗਲਿਸ਼। ਜੇ ਮੈਂ ਸਰਵਾਈਵਰ ਇੰਗਲਿਸ਼ ਦੀ ਗੱਲ ਕਰਾਂ, ਆਪਾਂ ਡੇਲੀ ਰੂਟੀਨ ਦੇ ਵਿੱਚ ਬਹੁਤ ਸ਼ਾਰਟ ਵਰਡਸ 'ਚ ਟਾਕ ਕਰਦੇ ਹਾਂ, ਬਹੁਤ ਛੋਟੀਆਂ ਚੀਜ਼ਾਂ ਨੂੰ ਯੂਜ਼ ਕਰਦੇ ਹੈਗੇ। ਐਗਜ਼ਾਮਪਲ ਦੇਵਾਂ, ਜਿਵੇਂ ਕੋਈ ਬੰਦੇ ਐਵੇਂ ਦੇ ਹੁੰਦੇ ਜਿਨ੍ਹਾਂ ਦਾ ਗਰੁੱਪ ਦੇ ਵਿੱਚ ਉਹਨਾਂ ਨੇ ਜਸਟ ਇੱਕ ਟਾਕ ਕਰਨੀ ਹੁੰਦੀ ਹੈ, ਪਰ ਟਾਕ ਕਰਦੇ ਹੋਏ ਉਹਨਾਂ ਨੂੰ ਕੀ ਹੁੰਦਾ ਹੈਗਾ ਕਿ ਨਾਰਮਲ ਉਹ ਵਰਡਸ ਯੂਜ਼ ਕਰਦੇ ਜਿਵੇਂ ਵੇਅਰ ਆਰ ਯੂ, ਵਟ ਆਰ ਯੂ ਡੂਇੰਗ, ਬਹੁਤ ਛੋਟੀਆਂ ਚੀਜ਼ਾਂ। ਇਹਨੂੰ ਸਰਵਾਈਵਰ ਇੰਗਲਿਸ਼ ਕਹਿੰਦੇ ਆ। ਅਗਲਾ ਕਹਿੰਦਾ ਜਿੰਨੀ ਕੁ ਮੈਨੂੰ ਲੋੜ ਹੈ ਮੇਰਾ ਕੰਮ ਚੱਲੀ ਜਾਂਦਾ, ਦੈਟਸ ਇਟ। ਪਰ ਜੇਕਰ ਤੁਸੀਂ ਆਪਣੇ ਲੈਵਲ ਨੂੰ, ਆਪਣੇ ਟੇਸਟ ਨੂੰ ਡਿਵੈਲਪ ਕਰਨਾ ਚਾਹੁੰਦੇ ਹੋ, ਆਪਣੀ ਲੈਂਗੁਏਜ ਨੂੰ ਡਿਵੈਲਪ ਕਰਨਾ ਚਾਹੁੰਦੇ ਹੋ, ਤਾਂ ਆਪਣੀਆਂ ਹੈਬਿਟਸ ਨੂੰ ਚੇਂਜ ਕਰੋ ਤੇ ਤੁਹਾਡੀਆਂ ਹੈਬਿਟਸ ਤੁਹਾਡਾ ਫਿਊਚਰ ਹੈ ਜਿਹੜਾ ਉਹ ਡੈਫੀਨੇਟਲੀ ਚੇਂਜ ਕਰ ਦੇਣਗੀਆਂ। ਐਗਜ਼ਾਮਪਲ ਦੇਵਾਂ ਜੇ ਹੈਬਿਟ ਨੂੰ ਚੇਂਜ ਕਰਨ ਦੀ, ਤਾਂ ਸਾਰਿਆਂ ਨੂੰ ਇਹ ਚੀਜ਼ ਵੀ ਕਲੀਅਰ ਹੈਗੀ ਕਿ ਆਪਾਂ ਦਿਨ 'ਚ ਪਤਾ ਨਹੀਂ ਕਿੰਨੇ ਕੁ ਫਰੂਟਸ ਖਾਂਦੇ ਆ, ਕਿੰਨੀਆਂ ਕੁ ਵੈਜੀਟੇਬਲਸ ਖਾਂਦੇ ਆ, ਕਿੰਨੇ ਕੁ ਆਪਾਂ ਕਲਰਸ ਵੇਅਰ ਕਰਦੇ ਆ, ਕਿੰਨੀਆਂ ਕੁ ਆਪਾਂ ਚੀਜ਼ਾਂ ਮਾਰਨਿੰਗ ਤੋਂ ਲੈ ਕੇ ਈਵਨਿੰਗ ਕਰਦੇ ਆ। ਮੈਂ ਕਿਸੇ ਵੀ ਬੱਚੇ ਨੂੰ ਪ੍ਰੈਸ਼ਰ ਨਾਲ ਇੰਗਲਿਸ਼ ਸਿਖਾਉਣ ਦੇ ਹੱਕ ਦੇ ਵਿੱਚ ਨਹੀਂ ਹੈਗਾ, ਕਿਉਂਕਿ ਆਪਾਂ ਜੇ ਕਿਸੇ ਨੂੰ ਕਹਾਂਗੇ ਧੱਕੇ ਨਾਲ ਤੂੰ ਇੰਗਲਿਸ਼ 'ਚ ਗੱਲ ਕਰ, ਤਾਂ ਪੋਸੀਬਲ ਹੀ ਨਹੀਂ ਹੈਗਾ ਕਿ ਉਹ ਬੱਚਾ ਇੰਗਲਿਸ਼ ਹੈ ਜਿਹੜੀ ਉਹ ਧੱਕੇ ਨਾਲ ਸਿੱਖ ਲੇਗਾ। ਇਹਦਾ ਰਿਜ਼ਲਟ ਕੀ ਹੈ? ਇਹ ਪੋਜ਼ਿਟਿਵਿਟੀ ਕਿਵੇਂ ਆਊਗੀ? ਹੁਣ ਟੂ ਬੀ ਵੈਰੀ ਓਨੈਸਟ, ਆਪਾਂ ਜਿੰਨੇ ਕਲਰਸ ਨੇ ਆਪਾਂ ਹਰ ਰੋਜ਼ ਯੂਜ਼ ਕਰਦੇ ਆ, ਰਾਦਰ ਤੁਸੀਂ ਮੈਂ ਲਾਲ ਰੰਗ ਲਿਆ, ਮੈਂ ਪੀਲਾ ਰੰਗ ਲਿਆ, ਮੈਂ ਕਾਲਾ ਰੰਗ ਲਿਆ, ਤੁਸੀਂ ਆਪਣੀ ਲੈਂਗੁਏਜ, ਆਪਣੀ ਜ਼ਬਾਨ ਨੂੰ ਟੇਸਟੀ ਬਣਾਓ ਕਿ ਮੈਂ ਬਲੈਕ ਕਲਰ ਲਿਆ, ਮੈਂ ਰੈੱਡ ਕਲਰ ਪਰਚੇਸ ਕੀਤਾ, ਮੈਂ ਬਲੂ ਲਿਆ, ਮੈਂ ਯੈਲੋ, ਵਾਈਟ। ਤੁਸੀਂ ਸਭ ਤੋਂ ਪਹਿਲੀ ਚੀਜ਼ ਹੈ ਬੀ ਅ ਕਿਡ, ਆਪਣੇ ਆਪ ਨੂੰ ਬੱਚਾ ਬਣਾ ਕੇ ਸਿਖਾਓ, ਆਪਣੇ ਆਪ ਨੂੰ ਓਵਰ ਕੌਨਫੀਡੈਂਸ ਨਾ ਹੋ। ਇਸੇ ਕਰਕੇ ਬਹੁਤ ਬੱਚੇ ਨੇ ਜਿਹੜੇ ਉਹ ਲੈਂਗੁਏਜ ਨਹੀਂ ਸਿੱਖਦੇ, ਜਿਨ੍ਹਾਂ ਦੇ ਅੰਦਰ ਓਵਰ ਕੌਨਫੀਡੈਂਸ ਹੁੰਦਾ ਹੈ ਕਿ ਇਹ ਤਾਂ ਬਹੁਤ ਛੋਟੀਆਂ ਚੀਜ਼ਾਂ ਨੇਗੀਆਂ, ਇਹ ਅਸੀਂ ਥੋੜੀ ਸਿੱਖਾਂਗੇ। ਪਰ ਇੱਕ ਗੱਲ ਯਾਦ ਰੱਖਿਓ, ਚੀਜ਼ਾਂ ਛੋਟੀਆਂ ਹੁੰਦੀਆਂ ਨੇ ਪਰ ਉਹਦੇ ਰਿਜ਼ਲਟਸ ਨੇ ਜਿਹੜੇ ਉਹ ਬਹੁਤ ਵੱਡੇ ਹੁੰਦੇ ਆ। ਐਗਜ਼ਾਮਪਲ ਜੇ ਗਨ ਦੇ ਵਿੱਚ ਇੱਕ ਬੁਲਟ ਬਹੁਤ ਛੋਟੀ ਹੁੰਦੀ ਹੈ ਪਰ ਉਹਦਾ ਰਿਜ਼ਲਟ ਤਾਂ ਸਾਰਿਆਂ ਨੂੰ ਪਤਾ ਹੈ, ਤੇ ਮਾਚਿਸ ਦੇ ਵਿੱਚ ਇੱਕ ਤਿੱਲੀ ਬਹੁਤ ਛੋਟੀ ਹੁੰਦੀ ਹੈ ਤੇ ਉਹਦਾ ਰਿਜ਼ਲਟ ਵੀ ਸਾਰਿਆਂ ਨੂੰ ਪਤਾ ਹੈ, ਤੇ ਜੇ ਇੱਕ ਬੋਟ ਦੇ ਵਿੱਚ ਇੱਕ ਛੋਟਾ ਜਿਹਾ ਛੇਦ ਵੀ ਹੋ ਜੇ ਤਾਂ ਰਿਜ਼ਲਟ ਸਾਰਿਆਂ ਨੂੰ ਪਤਾ ਹੈ। ਤਾਂ ਛੋਟੀਆਂ ਚੀਜ਼ਾਂ ਦੇ ਰਿਜ਼ਲਟਸ ਬਹੁਤ ਵੱਡੇ ਹੁੰਦੇ ਆ। ਤਾਂ ਡੈਫੀਨੇਟਲੀ ਆਪਾਂ ਨੂੰ ਆਪਣੀ ਲੈਂਗੁਏਜ ਨੂੰ ਕਿਵੇਂ ਸੁਧਾਰਨਾ ਹੈਗਾ, ਆਪਾਂ ਆਪਣੀ ਲੈਂਗੁਏਜ ਨੂੰ ਕਿਸ ਤਰੀਕੇ ਨਾਲ ਯੂਜ਼ ਕਰ ਸਕਦੇ ਆ। ਮੈਂ ਤੁਹਾਨੂੰ ਪਹਿਲਾਂ ਕਲਰਸ ਦੱਸ ਕੇ ਹਟਿਆ, ਹਰ ਰੋਜ਼ ਆਪਾਂ ਯੂਜ਼ ਕਰਦੇ ਆ। ਆਪਣੀ ਲੈਂਗੁਏਜ ਨੂੰ ਚੇਂਜ ਕਿਵੇਂ ਕਰਨਾ ਹੈ? ਰਾਦਰ ਟੂ ਦੇਖੋ, ਹੁਣ ਮੈਂ ਐਗਜ਼ਾਮਪਲ ਦਿੰਦਾ, ਆਪਾਂ ਕਹਿੰਦੇ ਮੈਂ ਬੂਟ ਪਾਏ, ਆਪਾਂ ਕਹਿੰਦੇ ਮੈਂ ਸ਼ੂ ਲਏ, ਜਰਾਬਾਂ ਮੈਂ ਸੌਕਸ ਲਈਆਂ, ਮੈਂ ਪੈਂਟ ਲਈ, ਮੈਂ ਟਰਾਊਜ਼ਰ ਲਿਆ, ਮੈਂ ਕਮੀਜ਼ ਲਿਆ, ਮੈਂ ਸ਼ਰਟ ਲਈ, ਮੈਂ ਕਾਲਾ ਰੰਗ ਲਿਆ, ਮੈਂ ਬਲੈਕ ਕਲਰ ਲਿਆ, ਮੈਂ ਸਵੇਰੇ ਰੋਟੀ ਖਾਧੀ, ਮੈਂ ਬ੍ਰੇਕਫਾਸਟ ਕੀਤਾ, ਮੈਂ ਦੁਪਹਿਰੇ ਰੋਟੀ ਖਾਧੀ, ਮੈਂ ਲੰਚ ਕੀਤਾ, ਰਾਤ ਨੂੰ ਰੋਟੀ ਖਾਧੀ, ਮੈਂ ਡਿਨਰ ਕੀਤਾ, ਮੈਂ ਪਾਣੀ ਪੀਤਾ, ਮੈਂ ਵਾਟਰ ਪੀਤਾ, ਮੈਂ ਚਾਹ ਪੀਤੀ, ਮੈਂ ਟੀ ਪੀਤੀ, ਦੁੱਧ ਪੀਤਾ, ਮਿਲਕ। ਟੂ ਬੀ ਵੈਰੀ ਵੈਰੀ ਓਨੈਸਟ, ਆਪਾਂ ਆਪਣੀਆਂ ਹੈਬਿਟਸ ਨੂੰ ਕਿੰਨੇ ਤਰੀਕੇ ਨਾਲ ਸੁਧਾਰ ਸਕਦੇ ਹਾਂ। ਮੈਂ ਪੌਦੇ ਦੇਖੇ, ਮੈਂ ਪਲਾਂਟਸ ਦੇਖੇ। ਇੰਗਲਿਸ਼ ਆਪਣੀ ਜ਼ੁਬਾਨ ਦੇ ਉੱਤੇ ਜੇ ਲੈ ਕੇ ਆਉਣੀ ਹੈ ਤਾਂ ਆਪਣੀ ਹੈਬਿਟਸ, ਜਿਵੇਂ ਮੈਂ ਹੁਣ ਬੋਲ ਰਿਹਾ, ਕੱਲ ਮੈਂ ਸੇਬ ਖਾਦਾ, ਯੈਸਟਰਡੇ ਆਈ ਟੁਕ ਐਨ ਐਪਲ, ਅਨਾਰ ਖਾਦਾ, ਪੋਮੀਗ੍ਰੇਨੇਟ ਖਾਦਾ, ਕੇਲਾ ਖਾਦਾ, ਬਨਾਨਾ ਖਾਦਾ। ਟੂ ਬੀ ਵੈਰੀ ਓਨੈਸਟ, ਸਬਜ਼ੀਆਂ ਕੀ ਕਹਿਣਾ, ਸਲਾਦ ਲਿਆਓ। ਸਲਾਦ ਕਿਉਂ? ਸੈਲਡ। ਜਦੋਂ ਤੁਸੀਂ ਆਪਣੀ ਜ਼ੁਬਾਨ ਨੂੰ ਸਿਖਾਉਣਾ ਸ਼ੁਰੂ ਕਰੋਗੇ ਤੁਹਾਨੂੰ ਆਟੋਮੈਟਿਕਲੀ ਇਹ ਚੀਜ਼ਾਂ ਜਿਹੜੀਆਂ ਨੇ
ਬਹੁਤ ਅੱਛੇ ਤਰੀਕੇ ਨਾਲ ਤੁਸੀਂ ਆਪਣੀ ਇੰਗਲਿਸ਼ ਨੂੰ ਸਿੱਖ ਸਕਦੇ ਹੋ। ਹੁਣ ਆਪਾਂ ਬਹੁਤ ਛੋਟੇ ਛੋਟੇ ਵਰਡਸ ਨੇ, ਹੁਣ ਇੱਕ ਬੱਚਾ, ਜੇ ਐਗਜ਼ਾਮਪਲ ਦੇਣਾ, ਇੱਕ ਛੋਟਾ ਬੱਚਾ ਹੈ, 2 ਸਾਲ ਦਾ ਬੱਚਾ ਹੈ ਮੰਨ ਲਓ, ਉਹ ਸਕੂਲ ਨਹੀਂ ਗਿਆ, ਉਹਨੂੰ ਨਾ ਲਿਖਣਾ ਆਉਂਦਾ, ਉਹਨੂੰ ਨਾ ਹਲੇ ਮੈਂ ਕਹਿੰਦਾ ਪੜ੍ਹਨਾ ਵੀ ਨਹੀਂ ਆਉਂਦਾ ਹੈਗਾ, ਪਰ ਉਹ ਬੋਲਦਾ ਹੈਗਾ। ਜਿਵੇਂ ਦਾ ਆਪਣਾ ਘਰ ਦਾ ਮਾਹੌਲ ਹੁੰਦਾ ਉਹ ਉਵੇਂ ਦੀਆਂ ਚੀਜ਼ਾਂ ਸਿੱਖਦਾ ਹੈਗਾ। ਹੁਣ ਮਤਲਬ ਇਹ ਹੈਗਾ ਕਿ ਇੱਕ ਬੱਚਾ ਸਿੱਖਦਾ ਕਿੱਥੋਂ ਹੈ? ਲਿਸਨਿੰਗ ਤੋਂ। ਜੇ ਕਿਸੇ ਨੇ ਵੀ ਇੰਗਲਿਸ਼ ਸਿੱਖਣੀ ਹੈ, ਇੰਗਲਿਸ਼ ਬੋਲਣੀ ਸਿੱਖਣੀ ਹੈ, ਸਭ ਤੋਂ ਪਹਿਲਾਂ ਉਹਨੂੰ ਆਪਣਾ ਲਿਸਨਿੰਗ ਦਾ ਸਕਿੱਲ ਹੈ ਜਿਹੜਾ ਉਹ ਡਿਵੈਲਪ ਕਰਨਾ ਪਏਗਾ। ਲਿਸਨਿੰਗ ਦਾ ਮਤਲਬ ਕੀ ਹੈ ਕਿ ਤੁਸੀਂ ਬਹੁਤ ਆਰਾਮ, ਮੈਂ ਹੁਣ ਜੇ ਕਹੂੰਗਾ ਨਾ ਕਿ ਇੰਗਲਿਸ਼ ਗਾਣੇ ਸੁਣੋ ਤਾਂ ਬਹੁਤ ਸਾਰੇ ਬੱਚੇ ਕਹਿਣਗੇ ਕਿ ਸਰ ਹਾਊ ਇਜ਼ ਇਟ ਪੋਸੀਬਲ, ਸਾਨੂੰ ਤਾਂ ਸਮਝ ਹੀ ਨਹੀਂ ਆਉਂਦੇ। ਮੈਂ ਅਗਰੀ ਕਰਦਾ, ਜਿਸ ਦਿਨ ਮੈਂ ਵੀ ਸਿੱਖਣ ਲੱਗਿਆ ਸੀ ਮੈਨੂੰ ਵੀ ਸਮਝ ਨਹੀਂ ਆਈ ਸੀਗੀ। ਸਿੱਖਾਂਗੇ ਕਿਵੇਂ? ਹੈਬਿਟਸ ਕਿਵੇਂ ਚੇਂਜ ਹੋਣਗੀਆਂ? ਤੁਸੀਂ ਕੋਈ ਵੀ ਇੱਕ ਇੰਗਲਿਸ਼ Song ਲੈ ਲਓ, YouTube ਦੇ ਉੱਤੇ ਸਬਟਾਈਟਲਸ ਭਰ ਲਓ, ਲਿਰਿਕਸ ਭਰ ਲਓ, ਆਰਾਮ ਨਾਲ ਉਹਦਾ ਇੱਕ ਪੈਰਾ ਸੁਣ ਲਓ, 2 ਪੈਰੇ ਸੁਣ ਲਓ, ਹੌਲੀ ਹੌਲੀ ਤੁਹਾਡੀ ਹੈਬਿਟ ਦੇਖਿਓ ਬਦਲਦੀ ਹੈ। ਤੁਸੀਂ ਡੇ ਬਾਈ ਡੇ ਆਪਣੇ ਆਪ ਨੂੰ ਚੇਂਜ ਕਰਨਾ ਸ਼ੁਰੂ ਕਰ ਦੋਗੇ। ਕੋਈ ਵੀ ਬੁੱਕ ਲੈ ਲਓ, ਕੋਈ ਕਿਤਾਬ ਲੈ ਲਓ, ਸਾਹਮਣੇ ਰੱਖੋ, ਉੱਚੀ ਉੱਚੀ ਪੜ੍ਹਨਾ ਸ਼ੁਰੂ ਕਰ ਦਿਓ। ਤੁਹਾਨੂੰ ਲੋਕ ਕਹਿਣਗੇ ਪਾਗਲ ਹੋ ਗਿਆ। ਜਦੋਂ ਲੋਕ ਕਹਿਣਗੇ ਪਾਗਲ ਹੋ ਗਿਆ, ਸਮਝਿਓ ਰਾਈਟ ਟਰੈਕ ਤੇ ਹੋ। ਅਸਲ ਦੇ ਵਿੱਚ ਕੀ ਹੈ, ਆਪਾਂ ਆਪਣੀਆਂ ਹੈਬਿਟਸ, ਰੋਡ ਦੇ ਉੱਤੇ ਇੰਗਲਿਸ਼ ਫਿਰਦੀ ਹੈ ਤੁਰਦੀ, ਜਿੰਨੇ ਆਪਣਾ ਤੁਸੀਂ ਲਾ ਲਓ ਕਿਲੋਮੀਟਰ ਦੇ ਬੋਰਡ ਨੇ ਉਹ ਸਾਰੇ ਇੰਗਲਿਸ਼ 'ਚ ਨੇ, ਦੁਕਾਨਾਂ ਦੇ ਬਾਹਰ ਫਲੈਕਸ ਬੋਰਡ ਨੇ ਉਹ ਸਾਰੇ ਇੰਗਲਿਸ਼ 'ਚ ਨੇ। ਮੈਂ ਕਹਿੰਦਾ ਇੰਗਲਿਸ਼ ਨੂੰ ਵਿੰਡੋ ਆਫ ਦਾ ਵਰਲਡ ਕਹਿੰਦੇ ਨੇ, ਪਰ ਇਹਨੂੰ ਇੱਕ ਲੈਂਗੁਏਜ ਸਮਝ ਕੇ ਹੀ ਸਿੱਖਿਓ। ਇਸ ਤੋਂ ਬਾਅਦ ਕੋਈ ਚੀਜ਼ ਨਹੀਂ ਹੈਗੀ ਇਹ। ਇਹਨੂੰ ਸਿੱਖਣ ਦੇ ਲਈ ਤੁਸੀਂ ਆਪਣੀ ਜ਼ੁਬਾਨ ਦੇ ਉੱਤੇ ਲੈ ਕੇ ਆਉਣਾ ਸ਼ੁਰੂ ਕਰੋ। ਜਿੰਨੇ ਰਿਲੇਸ਼ਨ ਨੇ ਉਹਨਾਂ ਨੂੰ ਇੰਗਲਿਸ਼ 'ਚ, ਮਦਰ, ਫਾਦਰ, ਸਨ, ਬ੍ਰਦਰ, ਸਿਸਟਰ ਹੋ ਗਿਆ। ਜਿੰਨੀਆਂ ਘਰੇ ਫਰਨੀਚਰ ਦੀਆਂ ਚੀਜ਼ਾਂ ਪਈਆਂ, ਕੁਰਸੀ ਨੂੰ ਚੇਅਰ ਕਹਿਣ ਲੱਗ ਜਾਓ, ਇਹ ਤੁਹਾਡੀ ਥਿੰਕਿੰਗ ਹੈ। ਜਦੋਂ ਤੁਸੀਂ ਇਹਨੂੰ ਚੇਂਜ ਕਰੋਗੇ ਤਾਂ ਡੈਫੀਨੇਟਲੀ ਤੁਹਾਡਾ ਇੰਗਲਿਸ਼ ਦੇ ਉੱਤੇ ਕਮਾਂਡ ਹੈ ਜਿਹੜੀ ਉਹ ਬਣਨੀ ਸ਼ੁਰੂ ਹੋ ਜਾਊਗੀ। ਆਪਾਂ ਸਾਰੇ ਫੋਨ ਯੂਜ਼ ਕਰਦੇ ਹਾਂ, ਸਾਰਿਆਂ ਨੇ ਫੋਨ ਇੰਗਲਿਸ਼ 'ਚ ਹੈ। ਆਪਾਂ ਕਿੰਨੇ ਬ੍ਰਾਂਡਡ ਕੱਪੜੇ ਪਾਉਣੇ, ਸਾਰੇ ਇੰਗਲਿਸ਼ ਬ੍ਰਾਂਡ ਲਿਖੇ ਹੋਏ ਨੇ। ਆਪਣੀਆਂ ਕਾਰਸ ਦੇ ਨੇਮ ਸਾਰੇ ਇੰਗਲਿਸ਼ 'ਚ ਨੇਗੇ। ਤਾਂ ਹੁਣ ਇਹਨੂੰ ਸਿੱਖਣ ਦੇ ਲਈ ਧੱਕੇ ਨਾਲ ਨਹੀਂ ਸਿੱਖਣਾ, ਥੋੜੀਆਂ ਜਿਹੀਆਂ ਵਰਬ ਦੀਆਂ ਫਾਰਮ ਸਿੱਖ ਲਓ ਜਿਹੜੀਆਂ ਡੇਲੀ ਰੂਟੀਨ ਦੇ ਵਿੱਚ ਆਪਾਂ ਯੂਜ਼ ਕਰਦੇ ਆਂਗੇ, ਤਾਂ ਡੈਫੀਨਿਟਲੀ ਉਹਦੇ ਰਿਜ਼ਲਟਸ ਬੜੇ ਪੋਜ਼ਿਟਿਵ ਆਉਣਗੇ। ਕਿ ਜਿੱਥੇ ਕਿਤੇ ਵੀ ਤੁਸੀਂ ਕਿਸੇ ਬੰਦੇ ਨਾਲ ਗੱਲ ਕਰਨੀ ਹੈ, ਟਰਾਈ ਕਰੋ ਕਿ ਉਹਦਾ ਇੱਕ ਅੱਧਾ ਵਰਡ ਤੁਸੀਂ ਇੰਗਲਿਸ਼ ਯੂਜ਼ ਕਰ ਲਓ। ਤੁਹਾਨੂੰ ਆਪ ਨੂੰ ਨਾ ਫੀਲ ਹੋਏਗਾ ਕਿ ਹਾਂ ਯਾਰ ਮੈਂ ਲੈਂਗੁਏਜ ਸਿੱਖ ਰਿਹਾ ਤੇ ਮੇਰਾ 'ਚ ਚੇਂਜ ਆ ਗਿਆ। ਅੱਜ ਮੈਂ ਤੁਹਾਨੂੰ 2 ਚੀਜ਼ਾਂ ਪੜਾਉਣਾ। ਇਸ ਤੋਂ ਬਾਅਦ ਤੁਸੀਂ ਆਪਣੀ ਹੈਬਿਟ ਦੇਖ ਲਿਓ ਕਿ ਤੁਹਾਡੀ ਚੇਂਜ ਹੋ ਰਹੀ ਹੈ ਕਿ ਨਹੀਂ ਹੋ ਰਹੀ। ਆਪਣੀ ਨੋਟਬੁੱਕ ਕੱਢ ਲਓ, ਜੇ ਨੋਟਬੁੱਕ ਨਹੀਂ ਹੈਗੀ ਤਾਂ ਵੀਡੀਓ ਨੂੰ ਪਾਜ਼ ਕਰ ਲਓ, ਤੇ ਉਸ ਤੋਂ ਬਾਅਦ ਜਦੋਂ ਤੁਹਾਡੇ ਹੱਥ 'ਚ ਨੋਟਬੁੱਕ ਤੇ ਪੈਨ ਹੋਏਗਾ ਤਾਂ ਵੀਡੀਓ ਨੂੰ ਪਲੇ ਕਰਿਓ। ਆਪਣੀ ਨੋਟਬੁੱਕ ਦੇ ਉੱਤੇ ਜਸਟ ਲਿਖਣਾ ਕੀ ਹੈ, ਆਈ ਹੈਵ ਟੂ, ਜਸਟ ਕੁਛ ਨਹੀਂ ਲਿਖਣਾ। ਤੁਹਾਨੂੰ ਮੈਂ ਇੰਗਲਿਸ਼ ਸਿੱਖਣ ਦਾ ਤਰੀਕਾ ਸਿਖਾਉਣਾ, 2 ਚੀਜ਼ਾਂ ਸਿਖਾਉਂਗਾ। ਉਸ ਤੋਂ ਬਾਅਦ ਜੇ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਜੇਕਰ ਵੀਡੀਓ ਦੇ ਉੱਤੇ ਮੋਰ ਦੈਨ 2000 ਲਾਈਕ ਆਇਆ ਤਾਂ ਡੈਫੀਨਿਟਲੀ ਮੈਂ ਇਹਦਾ ਨੈਕਸਟ ਪਾਰਟ ਬਣਾਉਂਗਾ, ਅਦਰਵਾਈਜ਼ ਮੈਂ ਨਹੀਂ ਬਣਾਉਂਦਾ ਹੈਗਾ। ਸੁਣੋ ਧਿਆਨ ਨਾਲ, ਆਈ ਹੈਵ ਟੂ, ਆਈ ਨੂੰ ਹੈਵ ਟੂ। ਹੈਵ ਟੂ ਉਦੋਂ ਯੂਜ਼ ਕਰਨਾ ਹੈ ਜਦੋਂ ਕੋਈ ਵੀ ਕੰਮ ਹੈ ਜਿਹੜਾ ਮਜਬੂਰੀ 'ਚ ਕਰਨਾ ਹੈ। ਮਜਬੂਰੀ 'ਚ ਮਤਲਬ ਕਿ ਜਿਹੜੇ ਕੰਮ ਨੂੰ ਕਰਨ ਦਾ ਤੁਹਾਡਾ ਦਿਲ ਨਹੀਂ ਕਰਦਾ ਤੇ ਤੁਹਾਨੂੰ ਫਿਰ ਵੀ ਤੁਹਾਡੇ ਤੇ ਕਿਸੇ ਦਾ ਪ੍ਰੈਸ਼ਰ ਹੈ ਤੇ ਤੁਹਾਨੂੰ ਉਹ ਕੰਮ ਕਰਨਾ ਪੈਂਦਾ ਹੈ, ਉੱਥੇ ਆਪਣੇ ਇੰਗਲਿਸ਼ ਦੇ ਵਿੱਚ ਕੀ ਯੂਜ਼ ਕਰਨਾ ਹੈ, ਆਈ ਹੈਵ ਟੂ, ਤੇ ਉਸ ਤੋਂ ਬਾਅਦ ਜਿਹੜਾ ਵੀ ਕੰਮ ਤੁਹਾਨੂੰ ਮਜਬੂਰੀ 'ਚ ਕਰਨਾ ਪੈਂਦਾ ਉਹਦਾ ਨਾਮ। ਐਗਜ਼ਾਮਪਲ ਮੈਂ ਆਪਣੀਆਂ 5 ਮਜਬੂਰੀਆਂ ਦੱਸਦਾ ਤੇ ਉਸ ਤੋਂ ਬਾਅਦ ਤੁਸੀਂ ਵੀ ਹਰੇਕ ਬੱਚਾ ਆਪਣੀ ਨੋਟਬੁੱਕ ਤੇ ਆਪਣੀਆਂ 5 ਮਜਬੂਰੀਆਂ ਲਿਖ ਕੇ ਦਿਖਾਈਓ ਤੇ ਫਿਰ ਉਹਨੂੰ ਯੂਜ਼ ਕਰਿਓ ਤੇ ਫਿਰ ਦੇਖਿਓ ਇੰਗਲਿਸ਼ ਦਾ ਟੇਸਟ ਕਿਵੇਂ ਡਿਵੈਲਪ ਹੋਣਾ ਸ਼ੁਰੂ ਹੁੰਦਾ ਹੈ। ਐਗਜ਼ਾਮਪਲ ਦੇਣਾ, ਆਈ ਹੈਵ ਟੂ ਗੈਟ ਅਪ अर्ਲੀ ਇਨ ਦਾ ਮਾਰਨਿੰਗ। ਮੇਰਾ ਤਾਂ ਦਿਲ ਨਹੀਂ ਕਰਦਾ ਸਵੇਰੇ ਜਲਦੀ ਉੱਠਣ ਨੂੰ, ਪਰ ਮੇਰੀ ਮਜਬੂਰੀ ਹੈ, ਮੈਨੂੰ ਉੱਠਣਾ ਪੈਂਦਾ। ਪਹਿਲੀ ਹੋ ਗਿਆ। ਦੂਜਾ, ਆਈ ਹੈਵ ਟੂ ਸਪੀਕ ਲਾਊਡਲੀ, ਮੈਨੂੰ ਬਹੁਤ ਉੱਚੀ ਬੋਲਣਾ ਪੈਂਦਾ, ਇਹ ਵੀ ਮੇਰੀ ਮਜਬੂਰੀ ਹੈ। 2 ਚੀਜ਼ਾਂ ਹੋ ਗਈਆਂ। ਹੋਰ ਮੇਰੀ ਹੋਰ ਕੀ ਮਜਬੂਰੀ ਹੈ, ਆਈ ਹੈਵ ਟੂ ਟੇਕ ਬਾਥ ਇਨ ਵਿੰਟਰ। ਡੈਫੀਨਿਟਲੀ ਇਹ ਵੀ ਮੇਰੀ ਬਹੁਤ ਵੱਡੀ ਮਜਬੂਰੀ ਹੈ ਕਿ ਮੈਨੂੰ ਸਰਦੀਆਂ ਦੇ ਵਿੱਚ ਠੰਡੇ ਪਾਣੀ ਨਾਲ ਨਹਾਉਣਾ ਪੈਂਦਾ ਹੈਗਾ। 3 ਹੋ ਗਈਆਂ ਮੇਰੀਆਂ ਮਜਬੂਰੀਆਂ। ਇੱਕ ਲਾਸਟ ਹੋਰ ਦੇਖਦੇ ਹਾਂ ਕੋਈ ਵੀ, ਆਈ ਹੈਵ ਟੂ ਹੈਲਪ ਮਾਈ ਫਰੈਂਡ ਦੀਪ। ਮੇਰਾ ਇੱਕ ਦੋਸਤ ਹੈ ਦੀਪ ਹੈ ਤੇ ਮੈਨੂੰ ਉਹਦੀ ਮਦਦ ਕਰਨੀ ਪੈਂਦੀ ਹੈ, ਮੇਰੀ ਬਹੁਤ ਵੱਡੀ ਮਜਬੂਰੀ ਹੈ, ਪਰ ਮੈਨੂੰ ਕੀ ਕਰਨਾ ਹੈ, ਕਰਨਾ ਪੈਂਦਾ ਹੈ। ਜਿਹੜੇ ਕੰਮ ਤੁਹਾਨੂੰ ਕਰਨੇ ਪੈਂਦੇ ਨੇ, ਤੁਹਾਡਾ ਹੁਣ ਇੱਕ ਸ਼ਰਾਬੀ ਸ਼ਾਮ ਨੂੰ ਪਤਾ ਕੀ ਕਹਿੰਦਾ, ਆਈ ਹੈਵ ਟੂ ਕੰਜ਼ਿਊਮ ਲੀਕਰ। ਉਹ ਕਹਿੰਦਾ ਮੇਰਾ ਦਿਲ ਨਹੀਂ ਕਰਦਾ, ਪਰ ਅੰਦਰੋਂ ਜਦੋਂ ਜਿੰਦਾਬਾਦ ਤੇ ਮੁਰਦਾਬਾਦ ਦੇ ਨਾਰੇ ਲੱਗਣੇ ਸ਼ੁਰੂ ਹੁੰਦੇ ਆ ਤਾਂ ਮੇਰੀ ਮਜਬੂਰੀ ਬਣਦੀ ਹੈ। ਬਹੁਤ ਸਾਰੇ ਕੰਮ ਨੇ ਜਿਨ੍ਹਾਂ ਨੂੰ ਕਰਨ ਦਾ, ਹੁਣ ਜੇ ਬਹੁਤ ਸਾਰੇ ਮੇਰੀ ਵੀਡੀਓ ਦੇਖ ਰਹੇ ਨਾ, ਉਹ ਕਹਿਣਗੇ ਆਈ ਹੈਵ ਟੂ ਡੂ ਆਇਲਸ, ਮਤਲਬ ਉਹਨਾਂ ਨੂੰ ਬੜਿਆਂ ਨੂੰ ਲੋਕਾਂ ਨੂੰ ਮਜਬੂਰੀ ਲੱਗਦੀ ਹੈ ਕਿ ਸਾਨੂੰ ਆ ਪੇਪਰ ਹੈ ਜਿਹੜਾ ਉਹ ਦੇਣਾ ਪੈਂਦਾ ਹੈ। ਤਾਂ ਘੱਟੋ ਘੱਟ ਆਪਣੀਆਂ 5-7 ਲਿਖ ਕੇ ਫਿਰ ਉਹਨੂੰ ਨੋਟਬੁੱਕ ਤੇ ਨਹੀਂ ਛੱਡਣਾ, ਫਿਰ ਬਾਜ਼ਾਰ 'ਚ ਜਾਓ ਕਿਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਮਿਲੋ ਤੇ ਫਿਰ ਉਹਨਾਂ ਨੂੰ ਦੱਸੋ ਐਕਚੁਅਲੀ ਯਾਰ ਆਈ ਹੈਵ ਟੂ ਡੂ ਆਇਲਸ, I have to go to abroad। ਜਿੰਨੇ ਕੰਮ ਕਰਨੇ ਪੈਂਦੇ ਆ have to ਦੇ ਨਾਲ। ਇਹ ਪਹਿਲਾ ਡਾਇਲੋਗ ਹੈ। ਤੇ ਦੂਜਾ ਡਾਇਲੋਗ ਹੈ I want to
I want to ਜਿਹੜੇ ਕੰਮ ਨੂੰ ਤੁਸੀਂ ਦਿਲੋਂ ਕਰਨਾ ਚਾਹੁੰਦੇ ਹੋ ਤਾਂ ਜੋ ਚੀਜ਼ ਤੁਸੀਂ ਚਾਹੁੰਦੇ ਹੋ ਵੀ ਆਹ ਕੰਮ ਹੋ ਜੇ ਬਸ I want to ਤੋਂ ਬਾਅਦ ਉਹ ਕੰਮ ਦਾ ਨਾਮ ਐਗਜ਼ਾਮਪਲ I want to speak English ਬਣ ਗਿਆ I want to go to Canada ਬਣ ਗਿਆ I want to crack my IELTS exam just I want to ਉਸ ਤੋਂ ਬਾਅਦ ਜਿਹੜਾ ਵੀ ਤੁਸੀਂ ਕੰਮ ਚਾਹੁੰਦੇ ਹੋਗੇ ਤਾਂ ਡੈਫੀਨਿਟਲੀ ਤੁਸੀਂ ਉਸ ਕੰਮ ਨੂੰ ਲਿਖ ਸਕਦੇ ਹੋਗੇ ਮੈਂ ਤੁਹਾਨੂੰ ਦੋ ਚੀਜ਼ਾਂ ਪੜ੍ਹਾਈਆਂ ਨੇ ਅੱਜ have to ਤੇ want to ਤੇ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਇੰਗਲਿਸ਼ ਧੱਕੇ ਨਾਲ ਨਹੀਂ ਸਿੱਖ ਸਕਦੇ ਟਾਈਮ ਪੀਰੀਅਡ ਕੋਈ ਨਹੀਂ ਹੈਗਾ ਵੀ ਘੰਟਿਆਂ ਦੇ ਹਿਸਾਬ ਨਾਲ ਸਿੱਖ ਸਕਦੇ ਹੋ ਆਪਣੀ ਜ਼ੁਬਾਨ ਨੂੰ ਚਲਾਓ ਛੋਟੇ ਛੋਟੇ ਵਰਡਸ ਨੂੰ ਬੋਲਣਾ ਸ਼ੁਰੂ ਕਰੋ ਤਾਂ ਡੈਫੀਨਿਟਲੀ ਇੰਗਲਿਸ਼ ਹੈ ਜਿਹੜੀ ਉਹ ਤੁਹਾਡੇ ਅੱਗੇ ਆਉਣੀ ਸ਼ੁਰੂ ਹੋ ਜਾਏਗੀ ਰਿਜ਼ਲਟ ਜਿਹੜਾ ਉਹ ਤੁਹਾਨੂੰ ਪੋਜ਼ਿਟਿਵ ਹੀ ਆਏਗਾ ਜੇਕਰ ਤੁਹਾਨੂੰ ਮੇਰੀਆਂ ਦੋ ਚੀਜ਼ਾਂ ਬਹੁਤ ਵਧੀਆ ਲੱਗੀਆਂ I have to ਤੇ I want to ਤਾਂ ਮੇਰੀ ਵੀਡੀਓ ਨੂੰ 2000 ਲਾਈਕ ਹੈ ਜਿਹੜਾ ਉਹ ਪਲੱਸ ਕਰ ਦਿਓ ਤੇ ਨਾਲ ਦੀ ਨਾਲ ਨੈਕਸਟ ਡੇ ਮੈਂ ਹਰ ਰੋਜ਼ ਗ੍ਰਾਮਰ ਦੀਆਂ ਵੀਡੀਓਜ਼ ਤੁਹਾਡੇ ਲਈ ਲੈ ਕੇ ਆਉਣੀਆਂ ਸ਼ੁਰੂ ਕਰ ਦੂੰਗਾ ਤੇ ਸਪੋਕਨ ਇੰਗਲਿਸ਼ ਹੈ ਜਿਹੜਾ ਮੈਂ ਫ੍ਰੀ ਆਫ ਕੋਰਸ ਹੈ ਜਿਹੜਾ ਇਹ ਕੋਰਸ YouTube ਦੇ ਉੱਤੇ ਚਲਾਉਂਗਾ ਸੋ ਵਿਦਆਊਟ ਵੇਸਟਿੰਗ ਅ ਟਾਈਮ ਹੁਣ ਤੁਹਾਨੂੰ ਤੁਹਾਡੇ ਕੋਲ ਬਿਲਕੁਲ ਵੀਡੀਓ ਪਹੁੰਚ ਵੀ ਗਈ ਹੈ ਤੇ ਜੇਕਰ ਵੀਡੀਓ ਨੂੰ ਥੰਬਸ ਅਪ ਨਹੀਂ ਕੀਤਾ ਤਾਂ ਕਾਈਂਡਲੀ ਲਾਈਕ ਦਾ ਬਟਨ ਜ਼ਰੂਰ ਦਬਾਓ ਤੇ ਆਪਣੇ ਜਿੰਨੇ ਵੀ ਦੋਸਤ ਮਿੱਤਰ ਨੇ ਸਾਰਿਆਂ ਨਾਲ ਮੇਰਾ ਚੈਨਲ ਰਮਨ ਆਇਲਸ ਇਹਨੂੰ ਸ਼ੇਅਰ ਕਰੋ ਤੇ ਡੈਫੀਨਿਟਲੀ ਤੁਹਾਨੂੰ ਰੋਜ਼ ਇੱਕ ਨਾ ਇੱਕ ਵੀਡੀਓ ਨਵੇਂ ਤੋਂ ਨਵੀਂ ਇੰਗਲਿਸ਼ ਦੀ ਜੁੜੀ ਹੋਈ ਵੀਡੀਓ ਮਿਲਦੀ ਜਾਏਗੀ ਸੋ ਥੈਂਕ ਯੂ ਵੈਰੀ ਮਚ ਲਵ ਯੂ ਟੇਕ ਕੇਅਰ ਗੁੱਡ ਬਾਏ ਥੈਂਕ ਯੂ